ਹੈਲੋ ਗਾਈਜ਼ ਵੈਲਕਮ ਬੈਕ ਟੂ ਮਾਈ ਚੈਨਲ ਕੌਰ ਆਇਲਸ ਆਰਜੇ 13 ਐਂਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਮੋਸਟ ਕਾਮਨ ਮਿਸਟੇਕਸ ਦੀ ਜਿਹੜੇ ਸਟੂਡੈਂਟਸ ਆਇਲਸ ਰਾਈਟਿੰਗ ਟਾਸਕ 2 ਦੇ ਵਿੱਚ ਕਰਦੇ ਆ। ਸੋ ਆਪਾਂ ਇਹਨਾਂ ਮਿਸਟੇਕਸ ਨੂੰ ਅਵੋਇਡ ਕਰਨਾ। ਇਹ ਫਸਟ ਸਟੈਪ ਹੈ ਟਾਸਕ 2 ਲਿਖਣ ਦਾ। ਜੇ ਤੁਹਾਨੂੰ ਇਹ ਸਮਝ ਆ ਰਿਹਾ ਦੈਨ ਡੈਫੀਨੇਟਲੀ ਤੁਸੀਂ ਆਪਦੇ ਬੈਂਡ ਸਕੋਰ ਅੱਛੇ ਬੈਂਡ ਸਕੋਰਸ ਲੈ ਸਕਦੇ ਹੋ। ਸੋ ਇਹਨੂੰ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਡੂ ਨਾਟ ਯੂਜ਼ these type of dots and etc ਨੂੰ यूज़ नहीं करना। इस टाइप के dots ਨੂੰ यूज़ नहीं करना। ਤੁਸੀਂ instead of this ਤੁਸੀਂ ਇੱਕ etc ਦੀ full spelling ਲਿਖ ਸਕਦੇ ਹੋ। next one no question mark in your essay। ਤੁਹਾਡੇ essay ਦੇ ਵਿੱਚ ਕੋਈ ਵੀ question mark ਨਹੀਂ ਹੋਣਾ ਚਾਹੀਦਾ। don't ask the reader any question in your essay। ਤੁਹਾਡੇ essay ਦੇ ਵਿੱਚ ਤੁਸੀਂ reader ਤੋਂ ਕੁਝ ਵੀ ਨਹੀਂ ਪੁੱਛੋਗੇ। ਮਤਲਬ essay ਦੇ ਵਿੱਚ ਤੁਸੀਂ ਇਹ ਨਹੀਂ ਪੁੱਛਣਾ that how it can be solved, what can we do it, how it should be। ਕੁਛ ਵੀ ਤੁਸੀਂ ਇਸ ਟਾਈਪ ਦਾ ਕੁਐਸਚਨ ਨਹੀਂ ਪੁੱਛਣਾ। ਇਹ ਐਗਜ਼ਾਮੀਨਰ 'ਤੇ ਬੈਡ ਇੰਪੈਕਟ ਪਾ ਸਕਦਾ ਹੈ। ਥਰਡ ਵਨ ਫਰੇਜ਼ਸ ਲਾਈਕ ਮੋਰ ਐਂਡ ਮੋਰ, ਬਿਗਰ ਐਂਡ ਬਿਗਰ, ਗ੍ਰੇਟਰ ਐਂਡ ਗ੍ਰੇਟਰ ਆਰ ਟੂ ਇਨਫੋਰਮਲ। ਕਿ ਜਿਹੜੀਆਂ ਫਰੇਜ਼ਸ ਹੈ ਜਿਵੇਂ ਕਿ ਮੋਰ ਐਂਡ ਮੋਰ ਲਾਉਂਦੇ ਆ ਜਾਂ ਅਦਰ ਟੂ ਜਿਹੜੀਆਂ ਫਰੇਜ਼ਸ ਹੈਗੀਆਂ ਇਹ ਬਹੁਤ ਜ਼ਿਆਦਾ ਇਨਫੋਰਮਲ ਆ ਐਂਡ ਓਨਲੀ ਗੁੱਡ ਫॉर ਸਪੀਕਿੰਗ। ਇਹ ਸਿਰਫ ਸਪੀਕਿੰਗ ਲਈ ਸਹੀ ਆ, ਨਾਟ ਗੁੱਡ ਫॉर ਐਕੈਡੈਮਿਕ ਰਾਈਟਿੰਗ। ਅਤੇ ਐਕੈਡੈਮਿਕ ਰਾਈਟਿੰਗ ਲਈ ਇਹ ਸਹੀ ਨਹੀਂ ਹੈਗੀਆਂ। ਇੰਸਟੈਡ ਆਫ ਰਾਈਟਿੰਗ ਮੋਰ ਐਂਡ ਮੋਰ ਪੀਪਲ ਆਰ ਡਰਾਈਵਿੰਗ ਕਾਰਸ ਦੀਜ਼ ਡੇਜ਼। ਕਿ ਜ਼ਿਆਦਾ ਤੋਂ ਜ਼ਿਆਦਾ ਲੋਕੀ ਅੱਜ ਕੱਲ੍ਹ ਕਾਰਸ ਨੂੰ ਡਰਾਈਵ ਕਰ ਰਹੇ। ਇਹ ਲਿਖਣ ਦੀ ਬਜਾਏ ਯੂ ਕੁਡ ਰਾਈਟ ਤੁਸੀਂ ਕੀ ਲਿਖ ਸਕਦੇ ਹੋ ਇਨਕਰੀਜ਼ਿੰਗ ਨੰਬਰਸ ਆਫ ਪੀਪਲ ਆਰ ਯੂਜ਼ਿੰਗ ਕਾਰਸ ਦੀਜ਼ ਡੇਜ਼। ਕਿ ਇਨਕਰੀਜ਼ਿੰਗ ਨੰਬਰ ਆਫ ਪੀਪਲ ਜਿਹੜੇ ਹੈ ਉਹ ਅੱਜ ਕੱਲ੍ਹ ਕਾਰਸ ਨੂੰ ਯੂਜ਼ ਕਰ ਰਹੇ ਹੈ। fourth one and the most important one, don't begin sentence with and but or। ਕਿ ਤੁਸੀਂ ਆਪਦੇ sentence ਨੂੰ and but or ਦੇ ਨਾਲ start ਨਹੀਂ ਕਰਨਾ। instead using linking phrases that sound more academic। ਇਹ ਤੋਂ ਇਲਾਵਾ ਤੁਸੀਂ ਕੀ ਯੂਜ਼ ਕਰ ਸਕਦੇ ਹੋ ਲਿੰਕਿੰਗ ਫਰੇਜ਼ਸ ਨੂੰ ਯੂਜ਼ ਕਰ ਸਕਦੇ ਹੋ ਜਿਹੜੇ ਕਿ ਬਹੁਤ ਹੀ ਅੱਛਾ ਐਕੈਡੈਮਿਕਲੀ ਉਸਨੂੰ ਬਹੁਤ ਅੱਛਾ ਮੰਨਿਆ ਜਾਂਦਾ ਜਿਵੇਂ ਕਿ ਇਨ ਐਡੀਸ਼ਨ, ਫਰਦਰ ਮੋਰ, ਹਾਊਐਵਰ, ਸਿੰਸ, ਅਰਗੋ। ਸੋ ਤੁਸੀਂ ਇਸ ਟਾਈਪ ਦੀਆਂ ਵਰਡਸ ਨੂੰ ਯੂਜ਼ ਕਰ ਸਕਦੇ ਹੋ। ਇਹਦੇ ਨਾਲ ਤੁਹਾਡਾ ਕੋਹੀਜ਼ਨ ਐਂਡ ਕੋਹਰੈਂਸ ਵੈਲ ਮੇਨਟੇਨ ਹੋ ਜਾਊਗਾ। ਨੈਕਸਟ the sentence of each body paragraph should be a topic sentence। ਉਹਨਾਂ ਨੇ ਕਿਹਾ ਹੈ ਕਿ ਫਸਟ ਸੈਂਟੈਂਸ ਜਿਹੜਾ ਹੈ ਈਚ ਹਰ ਇੱਕ ਬੋਡੀ ਪੈਰਾਗ੍ਰਾਫ ਦਾ ਇੱਕ ਟੌਪਿਕ ਸੈਂਟੈਂਸ ਹੋਣਾ ਚਾਹੀਦਾ ਹੈ। ਕਿਉਂਕਿ ਜਦੋਂ ਵੀ ਤੁਸੀਂ ਆਪਦਾ ਬੋਡੀ ਪੈਰਾਗ੍ਰਾਫ ਲਿਖੋਗੇ ਉਹਦੇ ਵਿੱਚ ਫਸਟ ਸੈਂਟੈਂਸ ਜੇ ਤੁਸੀਂ ਦੱਸੋਗੇ ਕਿ ਤੁਸੀਂ ਅੱਗੇ ਕੀ ਡਿਸਕ੍ਰਾਈਬ ਕਰਨ ਜਾ ਰਹੇ ਹੋ ਬਿਕੋਜ਼ ਐਗਜ਼ਾਮੀਨਰ ਨੂੰ ਪਤਾ ਹੋਵੇ ਕਿ ਫਸਟ ਬੋਡੀ ਪੈਰਾਗ੍ਰਾਫ ਤੁਸੀਂ ਐਡਵਾਂਟੇਜ ਲਿਖ ਰਹੇ ਹੋ, ਰੀਜ਼ਨ ਲਿਖ ਰਹੇ ਹੋ, ਨੈਗੇਟਿਵ ਡਿਵੈਲਪਮੈਂਟ ਲਿਖ ਰਹੇ ਹੋ, ਸੈਕਿੰਡ ਬੋਡੀ ਪੈਰਾਗ੍ਰਾਫ 'ਚ ਤੁਸੀਂ ਕੀ ਲਿਖ ਰਹੇ ਹੋ। ਸੋ ਉਸਨੂੰ ਐਗਜ਼ਾਮੀਨਰ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਇਸ ਲਈ ਉਸ ਹਰ ਇੱਕ ਬੋਡੀ ਪੈਰਾਗ੍ਰਾਫ ਦਾ ਟੌਪਿਕ ਸੈਂਟੈਂਸ ਹੋਣਾ ਬਹੁਤ ਜ਼ਰੂਰੀ ਹੈ। 6 ਸਬਜੈਕਟ ਵਰਬ ਐਗਰੀਮੈਂਟ। ਇਹਦਾ ਮਤਲਬ ਆ ਹੀ, ਸ਼ੀ, ਇਟ, ਵੀ ਇਸ ਟਾਈਪ ਦੇ ਵਰਡਸ ਤੁਸੀਂ ਨਹੀਂ ਯੂਜ਼ ਕਰਨੇ। ਦਿਸ ਇਜ਼ ਅ ਰੂਲ ਯੂ ਲਰਨਡ ਇਨ ਐਲੀਮੈਂਟਰੀ ਗ੍ਰਾਮਰ। ਇਹ ਰੂਲ ਆ ਜਿਹੜਾ ਤੁਸੀਂ ਐਲੀਮੈਂਟਰੀ ਗ੍ਰਾਮਰ ਦੇ ਵਿੱਚ ਸਿੱਖਿਆ। ਯੂ ਕਾਂਟ ਬੀ ਸਟਿਲ ਮੇਕਿੰਗ ਦ ਮਿਸਟੇਕ ਔਨ ਆਇਲਸ ਟੈਸਟ। ਬਟ ਤੁਸੀਂ ਇਹ ਹਜੇ ਵੀ ਇਹ ਮਿਸਟੇਕ ਆਇਲਸ ਟੈਸਟ ਦੇ ਵਿੱਚ ਨਹੀਂ ਕਰ ਸਕਦੇ। ਇਫ ਯੂ ਜੇਕਰ ਤੁਸੀਂ ਮੇਕ ਦਿਸ ਮਿਸਟੇਕ ਇਹੋ ਜਿਹੀ ਮਿਸਟੇਕ ਆਪਣੇ ਐਸੇ ਵਿੱਚ ਕਰਦੇ ਹੋ ਯੂ ਕੈਨ ਫੋਰਗੇਟ ਅਬਾਊਟ ਗੈਟਿੰਗ ਅ ਗੁੱਡ ਬੈਂਡ ਸਕੋਰ। ਤਾਂ ਤੁਹਾਨੂੰ ਅੱਛੇ ਬੈਂਡ ਸਕੋਰ ਲੈਣ ਬਾਰੇ ਭੁੱਲ ਜਾਣਾ ਚਾਹੀਦਾ ਹੈ। ਸੋ ਹਮੇਸ਼ਾ ਆਪਾਂ ਮਾਈਂਡ 'ਚ ਰੱਖਣਾ 4th ਨੰਬਰ, 5th ਐਂਡ 6th ਇਹ ਤਿੰਨੇ ਜ਼ਿਆਦਾ ਮੋਸਟ ਇੰਪੋਰਟੈਂਟ ਆ ਕਿ ਤੁਸੀਂ ਐਂਡ ਬਟ ਔਰ ਤੋਂ ਸਟਰਕਚਰ ਨਹੀਂ ਸਟਾਰਟ ਕਰਨੀ। ਅੱਛਾ ਕੋਹੀਜ਼ਨ ਕੋਹਰੈਂਸ ਮੇਨਟੇਨ ਕਰਨਾ, ਲਿੰਕਿੰਗ ਫਰੇਜ਼ਸ ਯੂਜ਼ ਕਰਨੇ ਹੈ। ਹਰ ਬੋਡੀ ਪੈਰਾਗ੍ਰਾਫ ਦੇ ਫਸਟ ਵਿੱਚ ਤੁਸੀਂ ਟੌਪਿਕ ਸੈਂਟੈਂਸ ਲਿਖਣਾ ਪਲੱਸ ਤੁਸੀਂ ਹੀ, ਸ਼ੀ ਦਾ ਯੂਜ਼ ਨਹੀਂ ਕਰਨਾ ਬਿਕੋਜ਼ ਇਹ ਤੁਹਾਡੇ ਬੈਂਡ ਸਕੋਰ ਨੂੰ ਰਿਡਿਊਸ ਕਰ ਸਕਦਾ ਹੈ। ਨੈਕਸਟ use linking words and transition phrases at the beginning of the all body paragraphs। ਜਿੰਨੇ ਵੀ body paragraphs ਲਿਖਣੇ ਆ ਉਹਨਾਂ ਦੀ beginning ਦੇ ਵਿੱਚ ਤੁਸੀਂ linking words ਜਾਂ transition phrases ਨੂੰ use ਕਰਨਾ and in conclusion as well। Keep your sentences short and well linked if you want to improve your grammar। ਇਹ ਬਹੁਤ ਹੀ important line ਹੈ। You could mark in your notebooks about these lines that these lines are very very important। Why? because keep your sentences short। ਇਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਦੇ ਸੈਂਟੈਂਸਸ ਨੂੰ ਸ਼ਾਰਟ ਰੱਖਣਾ ਪਲੱਸ ਉਹਨਾਂ ਨੂੰ ਵੈਲ ਲਿੰਕਡ ਕਰਨਾ। ਕਹਿਣ ਦਾ ਮਤਲਬ ਹੈ ਕਿ ਤੁਸੀਂ ਆਲਦੋ ਤੋਂ ਸਟਰਕਚਰ ਬਣਾਉਣੀ ਆ, ਤੁਸੀਂ ਹਾਊਐਵਰ ਲਾ ਕੇ ਸਟਰਕਚਰ ਬਣਾਉਣੀ ਆ, ਅਨਲੈਸ, ਅੰਟਿਲ, ਇਫ,
even though, not only, but also, neither nor, ਇਸ ਟਾਈਪ ਦੀਆਂ ਸਟਰਕਚਰਸ ਨੂੰ ਤੁਸੀਂ ਯੂਜ਼ ਕਰਨਾ ਹੈ। ਇਹਦੇ ਨਾਲ ਕੀ ਹੋ ਜਾਊਗਾ, ਸੈਂਟੈਂਸ ਛੋਟਾ ਹੋਊਗਾ ਤੇ ਤੁਸੀਂ ਐਗਜ਼ਾਮੀਨਰ ਨੂੰ ਸਮਝਾ ਜ਼ਿਆਦਾ ਸਕਦੇ ਹੋ, ਤੇ ਇਹ ਹੀ ਇੱਕ ਕੀ ਹੈ ਜਿਹਦੇ ਨਾਲ ਤੁਸੀਂ ਆਪਦੀ ਗ੍ਰਾਮਰ ਨੂੰ ਇੰਪਰੂਵ ਕਰ ਸਕਦੇ ਹੋ। ਨੈਕਸਟ ਵਨ ਹੈ ਟਰਾਈ ਟੂ ਯੂਜ਼ ਐਕਟਿਵ ਐਜ਼ ਵੈਲ ਐਜ਼ ਪੈਸਿਵ ਸੈਂਸਸ, ਕਿ ਯੂਜ਼ਅਲੀ ਆਪਾਂ ਐਕਟਿਵ ਦੇ ਵਿੱਚ ਲਿਖਦੇ ਹਾਂ, ਬਟ ਟਰਾਈ ਕਰਨਾ ਕਿ ਤੁਸੀਂ ਐਟਲੀਸਟ 2 or 3 ਸੈਂਟੈਂਸਸ ਜਿਹੜੇ ਉਹ ਪੈਸਿਵ ਦੇ ਪਾਓ, ਤਾਂ ਕਿ ਤੁਹਾਡੀ ਰਾਈਟਿੰਗ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ। ਬਿਕੋਜ਼ ਐਗਜ਼ਾਮੀਨਰ ਨੂੰ ਪਤਾ ਲੱਗ ਸਕੇ ਕਿ ਹਾਂ ਤੁਹਾਨੂੰ ਗ੍ਰਾਮਰ ਦੀ ਵੀ ਨੌਲੇਜ ਹੈਗੀ ਆ, ਤੁਹਾਨੂੰ ਵੋਕੈਬ ਦੀ ਨੌਲੇਜ ਹੈ, ਤੁਹਾਨੂੰ ਕੋਹੀਜ਼ਨ ਕੋਹਰੈਂਸ ਮੇਨਟੇਨ ਕਰਨਾ ਆਉਂਦਾ, ਤੁਹਾਡੇ ਕੋਲ ਵਿਊ ਪੁਆਇੰਟ ਹੈ। ਸੋ ਇਹੀ ਕ੍ਰਾਈਟੇਰੀਆ ਉਸਨੇ ਤੁਹਾਡੇ ਟਾਸਕ ਦੇ ਵਿੱਚ ਦੇਖਣਾ, ਸੋ ਇਹ ਤੁਸੀਂ ਉਹਦੇ ਵਿੱਚ ਮੇਨਟੇਨ ਕਰਕੇ ਚੱਲਣਾ ਹੈ। ਨੈਕਸਟ, ਇਫੈਕਟ ਇਜ਼ ਅ ਨਾਊਨ, ਅਫੈਕਟ ਇਜ਼ ਅ ਵਰਬ। ਬਹੁਤ ਸਾਰੇ ਸਟੂਡੈਂਟਸ ਨੇ ਪੁੱਛੇ ਕਿ ਮੈਮ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੁੰਦੇ ਹੈ। ਸੋ ਹੇਅਰ ਇਜ਼ ਦ ਡਿਫਰੈਂਸ ਦੈਟ ਇਫੈਕਟ ਜਿਹੜਾ ਹੁੰਦਾ ਉਹ ਨਾਊਨ ਦੇ ਤੌਰ 'ਤੇ ਯੂਜ਼ ਹੁੰਦਾ, ਤੇ ਜਿਹੜਾ ਅਫੈਕਟ ਹੁੰਦਾ ਉਹ ਵਰਬ ਦੇ ਤੌਰ 'ਤੇ ਯੂਜ਼ ਹੁੰਦਾ। ਸੋ ਇਹ ਸੀਗੇ 9 ਕੀ points you have to remember while you are writing your task 2. Now, ਲੈਂਗੁਏਜ ਟੂ ਇੰਟਰੋਡਿਊਸ ਐਗਜ਼ਾਮਪਲ ਨੂੰ ਇੰਟਰੋਡਿਊਸ ਕਰਨ ਦੇ ਲਈ ਕਿਹੜੀਆਂ ਲੈਂਗੁਏਜਸ ਯੂਜ਼ ਕੀਤੀਆਂ ਜਾਂਦੀਆਂ। ਸਭ ਤੋਂ ਪਹਿਲਾਂ ਇੱਕ ਨੋਰਮਲ ਜਿਹੜੀ ਆਪਾਂ ਸਭ ਫੈਮਿਲੀਅਰ ਹੈ, ਦੈਟ ਇਜ਼ ਸਚ ਐਜ਼ ਸਮ ਐਗਜ਼ਾਮਪਲ ਦੇ ਤੌਰ 'ਤੇ ਸਮ ਕੰਟਰੀਜ਼ ਇਨ ਯੂਰਪ ਸਚ ਐਜ਼ ਦ UK, ਇਟਲੀ ਐਂਡ ਫਰਾਂਸ। ਜਦੋਂ ਵੀ ਤੁਸੀਂ ਕਿਸੇ ਕੰਟਰੀਜ਼ ਦਾ ਨੇਮ ਦੇਣਾ ਹੈ, ਕਿਸੇ ਪ੍ਰੋਡਕਟ ਦਾ ਨੇਮ ਦੇਣਾ, ਕਿਸੇ ਥਿੰਗ ਦਾ ਨੇਮ ਦੇਣਾ, ਤਾਂ ਉਦੋਂ ਤੁਸੀਂ ਸਚ ਐਜ਼ ਯੂਜ਼ ਕਰਦੇ ਹੋ। ਇਸ ਨਾਲ ਸਭ ਫੈਮਿਲੀਅਰ ਆਪਾਂ ਨੂੰ ਅੱਛੀ ਤਰ੍ਹਾਂ ਦਾ ਯੂਜ਼ ਕਰਨਾ ਆਉਂਦਾ ਹੈ। ਨੈਕਸਟ ਵਨ, ਨੇਮਲੀ ਲਾਈਕ ਐਗਜ਼ਾਮਪਲ ਦੇ ਤੌਰ 'ਤੇ ਮਾਈਨਰ ਕ੍ਰਾਈਮਸ ਨੇਮਲੀ। ਇੱਕ ਚੀਜ਼ ਤੁਸੀਂ ਹਮੇਸ਼ਾ ਧਿਆਨ ਦੇਣੀ ਹੈ ਕਿ ਨੇਮਲੀ ਦੇ ਅੱਗੇ ਤੁਸੀਂ ਹਮੇਸ਼ਾ ਕੋਮਾ ਲਾਉਣਾ ਹੈ। ਫਸਟ ਜਦੋਂ ਮੈਂ ਲਾਇਆ ਉਹਦੇ ਵਿੱਚ ਵੀ ਕੋਮਾ ਲਾਇਆ, ਐਂਡ ਜਿਹੜੇ ਸੈਂਟੈਂਸ ਸਟਰਕਚਰ ਆ ਉਹਦੇ ਵਿੱਚ ਵੀ ਕੋਮਾ ਲਾਇਆ। ਸੋ ਮਾਈਨਰ ਕ੍ਰਾਈਮਸ ਤੋਂ ਤੇ ਨੇਮਲੀ ਤੋਂ ਪਹਿਲਾਂ ਜਿਹੜਾ ਹੈ ਤੁਸੀਂ ਹਮੇਸ਼ਾ ਕੋਮਾ ਲਾਉਣਾ। ਉਸ ਤੋਂ ਬਾਅਦ ਤੁਸੀਂ ਜੋ ਵੀ ਜੇ ਕ੍ਰਾਈਮਸ ਦੀ ਗੱਲ ਕਰ ਰਹੇ ਹੋ ਤਾਂ ਕ੍ਰਾਈਮਸ ਦੇ ਅੱਗੇ ਲਾਈਕ ਜਿੱਦਾਂ ਪਿਕ ਪੋਕਟਿੰਗ ਉਹਦੇ ਐਗਜ਼ਾਮਪਲਸ ਲਿਖ ਦੇਣੇ ਆ। ਜੇ ਕਿਸੇ ਤੁਸੀਂ ਪ੍ਰੋਡਕਟ ਦਾ ਨੇਮ ਪ੍ਰੋਡਕਟ ਦੀ ਗੱਲ ਕਰ ਰਹੇ ਹੋ ਤਾਂ ਪ੍ਰੋਡਕਟਸ ਦੇ ਨੇਮ ਲਿਖ ਦੇਣੇ ਆ। ਦੈਨ ਆਫਟਰ ਪਰਟੀਕੂਲਰਲੀ ਦਾ ਇਹਨੂੰ ਆਪਾਂ ਯੂਜ਼ ਕਰ ਸਕਦੇ ਇੱਕ ਸਪੈਸੀਫਿਕ ਚੀਜ਼ ਦੇ ਲਈ, ਜਿਵੇਂ ਦਿਸ ਕੋਰਸ ਇਜ਼ ਪਰਟੀਕੂਲਰਲੀ ਸੁਟੇਬਲ ਫॉर ਸਾਇੰਸ ਸਟੂਡੈਂਟਸ, ਕਿ ਇਹ ਜਿਹੜਾ ਕੋਰਸ ਹੈ ਇਹ ਸਪੈਸੀਫਿਕਲੀ ਸਾਇੰਸ ਸਟੂਡੈਂਟਸ ਲਈ ਸੁਟੇਬਲ ਹੈ। ਪਰਟੀਕੂਲਰਲੀ ਦੋਜ਼ ਇਨ ਇੰਜੀਨੀਅਰਿੰਗ, ਜਾਂ ਫਿਰ ਜਿਹੜੇ ਪਰਟੀਕੂਲਰਲੀ ਇੰਜੀਨੀਅਰਿੰਗ ਦੇ ਲਈ। ਸੋ ਜਦੋਂ ਆਪਾਂ ਸਪੈਸੀਫਿਕ ਚੀਜ਼ ਦੀ ਗੱਲ ਕਰਦੇ ਹਾਂ ਉਦੋਂ ਆਪਾਂ particularly word use ਕਰਦੇ ਹਾਂ। Now there is a new method to get more band score, ਕਿ ਇੱਕ ਨਵਾਂ ਮੈਥਡ ਐਗਜ਼ਾਮਪਲ ਲਿਖਣ ਦਾ ਆਪਣੇ ਬੈਂਡ ਸਕੋਰ ਲੈਣ ਦੇ ਲਈ। ਇਹਦੇ ਲਈ ਤੁਸੀਂ ਕੀ ਕਰਨਾ, ਪਹਿਲਾਂ ਦੇਖੋ ਟੇਕ ਐਨ ਐਗਜ਼ਾਮਪਲ ਹੈ। ਇਸ ਤੋਂ ਪਹਿਲਾਂ ਤੁਸੀਂ ਟੇਕ ਐਨ ਐਗਜ਼ਾਮਪਲ ਤੋਂ ਪਹਿਲਾਂ ਤੁਸੀਂ ਇੱਕ ਸੈਂਟੈਂਸ ਲਿਖਣਾ, ਟੇਕ ਐਨ ਐਗਜ਼ਾਮਪਲ ਤੋਂ ਬਾਅਦ ਲਿਖਣਾ ਬਾਕੀ ਦਾ ਸੈਂਟੈਂਸ। ਇਹਨੂੰ ਲਿਖਣਾ ਕਿੱਦਾਂ, ਐਗਜ਼ਾਮਪਲ ਦੇ ਤੌਰ 'ਤੇ ਨਾਸਾ ਇਨ ਅਮੈਰੀਕਾ ਦੇ ਵਿੱਚ ਜਿਹੜਾ ਨਾਸਾ ਹੈ, ਟੇਕ ਐਨ ਐਗਜ਼ਾਮਪਲ ਜਾਂ ਫੋਰ ਇੰਸਟੈਂਸ ਦੋਨਾਂ ਵਿੱਚੋਂ ਕੋਈ ਵੀ ਲਿਖ ਸਕਦਾ ਹੈ। ਕਿ ਜੇ ਆਪਾਂ ਉਹਦਾ ਐਗਜ਼ਾਮਪਲ ਲਈਏ, ਫਿਰ ਕੋਮਾ ਇਜ਼ ਮੋਸਟ ਪਾਵਰਫੁਲ this one, yes, comma is most powerful and renowned space agency in the world, ਕਿ ਇਹ ਬਹੁਤ ਹੀ ਪਾਵਰਫੁਲ ਤੇ ਰਿਨਾਊਂਡ ਸਪੇਸ ਏਜੰਸੀ ਆ ਵਰਲਡ ਦੇ ਵਿੱਚ। ਜੇ ਵੈਸੇ ਸਟੂਡੈਂਟਸ ਲਿਖਣਗੇ ਤਾਂ ਉਹ ਸਿੱਧਾ ਲਿਖਦੇ ਆ ਕਿ ਫੋਰ ਐਗਜ਼ਾਮਪਲ ਨਾਸਾ ਇਨ ਅਮੈਰੀਕਾ ਇਜ਼ ਦਾ ਮੋਸਟ ਪਾਵਰਫੁਲ, ਇਸ ਟਾਈਪ ਨਾਲ ਲਿਖਦੇ ਆ। ਬਟ ਜੇ ਤੁਸੀਂ ਇਸ ਨੂੰ ਐਕਸਪੈਂਸਿਵ ਐਂਡ ਅਟਰੈਕਟਿਵ ਤਰੀਕੇ ਨਾਲ ਲਿਖਣਾ ਹੈ, ਦੈਨ ਤੁਸੀਂ ਕਿੱਦਾਂ ਲਿਖੋਗੇ, ਨਾਸਾ ਇਨ ਅਮੈਰੀਕਾ। ਜਿਹੜਾ ਸਬਜੈਕਟ ਹੈ ਉਹਨੂੰ ਪਹਿਲਾਂ ਲਿਖੋਗੇ, ਸਬਜੈਕਟ ਤੋਂ ਬਾਅਦ ਤੁਸੀਂ 2 ਕੋਮਾਸ ਦੇ ਵਿੱਚ ਟੇਕ ਐਨ ਐਗਜ਼ਾਮਪਲ यूज करोगे, उस तो बाद तुसी हेल्पिंग वर्ब यूज करोगे, ਦੈਨ ਉਸ ਤੋਂ ਬਾਅਦ ਤੁਸੀਂ ਆਪਦਾ ਜਿਹੜਾ ਸੈਂਟੈਂਸ ਹੈ ਉਸਨੂੰ ਕੰਪਲੀਟ ਕਰੋਗੇ। ਇੱਕ ਬਹੁਤ ਹੀ ਅੱਛਾ ਤੇ ਇਫੈਕਟਿਵ ਵੇ ਹੈ ਐਗਜ਼ਾਮਪਲ ਲਿਖਣ ਦਾ। ਸੋ ਹੋਪ ਗਾਈਜ਼ ਯੂ ਹੈਵ ਅੰਡਰਸਟੂਡ ਮਾਈ ਆਲ ਲੈਂਗੁਏਜਸ ਐਂਡ ਮਾਈ ਟੀਚਿੰਗ ਸਿਸਟਮ, ਐਂਡ ਡੈਫੀਨੇਟਲੀ ਆਈ ਹੋਪ ਦੈਟ ਕਿ ਤੁਹਾਨੂੰ ਮੇਰਾ ਪ੍ਰੋਸੈਸ ਕਰਵਾਇਆ, ਜਿਹੜਾ ਨੈਚੁਰਲ ਪ੍ਰੋਸੈਸ ਮੈਂ ਵੀਡੀਓ ਪਾਈ ਸੀ ਉਹ ਪੂਰੀ ਵਧੀਆ ਤਰ੍ਹਾਂ ਸਮਝ ਆਈ ਹੋਊਗੀ। ਐਂਡ ਹੋਪ ਕਿ ਤੁਹਾਨੂੰ ਹੁਣ ਨੈਚੁਰਲ ਪ੍ਰੋਸੈਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ। ਜਿਹੜੇ ਸਟੂਡੈਂਟਸ ਨੇ ਨਹੀਂ ਦੇਖੀ ਹੈ ਉਹਦਾ ਜਿਹੜਾ ਲਿੰਕ ਹੈ ਜਾਂ ਜੋ ਵੀ ਉਹਦਾ ਨੇਮ ਹੈ ਉਹ ਮੈਂ ਡਿਸਕ੍ਰਿਪਸ਼ਨਸ ਵਿੱਚ ਵੀ ਦੇ ਰਹੀ ਹਾਂ, ਅਤੇ ਉੱਪਰ ਆਈ ਬਟਨ ਵਿੱਚ ਵੀ ਉਹ ਸ਼ੋ ਹੋਊਗਾ। ਸੋ ਜਾਓ ਅਤੇ ਉਸ ਵੀਡੀਓ ਨੂੰ ਦੇਖੋ, ਅਤੇ ਤੁਹਾਡੀ ਨੈਚੁਰਲ ਪ੍ਰੋਸੈਸ ਦੇ ਵਿੱਚ ਜੋ ਵੀ ਕਨਫਿਊਜ਼ਨ, ਜੋ ਵੀ ਮਿਸਟੇਕਸ ਹੈ, ਜਿੰਨੀ ਵੀ ਤੁਹਾਨੂੰ ਡਾਊਟਸ ਹੈਗੇ ਉਹ ਤੁਹਾਡੇ ਉਸ ਵੀਡੀਓ ਨਾਲ ਫੁੱਲੀ ਕਲੀਅਰ ਹੋ ਜਾਣੇ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ। ਕੱਲ੍ਹ ਨੂੰ ਇੱਕ ਟਾਸਕ 1 ਦੇ ਫਾਰਮੈਟ ਦੇ ਨਾਲ ਮਿਲਦੇ हैं, प्लस ਉਹਦੇ सैंपल आंसर ਦੇ ਨਾਲ, सो दैट कि ਤੁਹਾਨੂੰ राइटिंग टास्क ਹੋਰ ਵੀ ਜ਼ਿਆਦਾ क्लियर हो सके। So keep subscribe my channel and follow it. Thank you.